ਬਸ ਅਸੀਂ ਉੱਥੇ ਪਵਿੱਤਰ ਨਗਰੀ ਵਿੱਚ ਇਸ ਟਾਈਮ ਖੜੇ ਹਾਂ। ਧਰਮਕੋਟ ਦੇ ਵਿੱਚ ਛੱਡਣਾ ਖੜੇ ਨੇ ਬਾਬਾ ਸ਼ਵੇਕ ਸਿੰਘ ਜੀ, ਬਾਬਾ ਅਮਰਜੀਤ ਸਿੰਘ ਜੀ, ਜੋ ਕਿ ਅੱਜ ਇੱਥੇ ਪ੍ਰਕਾਸ਼ ਪੁਰਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਗਏ ਆ। ਟੁੱਟ ਲੰਗਰ ਵਰਤਾਇਆ ਗਿਆ, ਇੱਥੇ ਹਾਲ ਦਾ ਟੱਕ ਵੀ ਲਗਾਇਆ ਗਿਆ ਹੈ। ਇਸ ਟਾਈਮ ਬਾਬਾ ਖੜੇ ਸ਼ਵੇਕ ਸਿੰਘ ਬਾਬਾ ਜੀ, ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ ਜਿਹੜਾ ਟੱਕ ਲਗਾਇਆ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਬਾਬਾ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ, ਧੰਨ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਪਹੁੰਚੇ, ਤੁਸੀਂ ਤਬ ਸਥਾਨ ਤੇ ਪਹੁੰਚੇ, ਤੁਸੀਂ ਪ੍ਰਕਾਸ਼ ਪੁਰਬ ਦੇ ਭੋਗ ਪਾਏ ਗਏ ਨੇ। ਤੁਸੀਂ ਜਿਹੜੇ ਟੱਕ ਇੱਥੇ ਲਗਾਇਆ ਜੀ, ਕੀ ਸਾਨੂੰ ਜਾਣਕਾਰੀ, ਸੰਗਤ ਨੂੰ ਕੀ ਜਾਣਕਾਰੀ ਦੇਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਜੀ ਰਿਆਸਤ ਧਰਮਕੋਟ ਜੋ ਪੁਰਾਤਨ ਹੈ, ਇਹਦੇ ਭਾਗ ਜਾਗ ਪਏ ਆ। ਜੋ ਇੱਥੇ ਇਹ ਮਹਾਨ ਕੁੰਭ ਸੇਵਾ ਦਾ ਪ੍ਰਾਰੰਭ ਹੋਇਆ ਹੈ। ਦੁਆਬੇ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਬਿਲਕੁਲ ਨਜ਼ਦੀਕ ਇੱਕ ਸਥਾਨ ਹੈ ਪੁਰਾਣਾ ਠੱਟਾ। ਉੱਥੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ, ਉਹ ਵੀ ਇਤਿਹਾਸਕ ਸਥਾਨ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਉੱਥੇ ਗਏ, ਉਸ ਤੋਂ ਬਾਅਦ ਫਿਰ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਆਏ, ਔਰ ਉਹਨਾਂ ਤੋਂ ਬਾਅਦ ਫਿਰ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਆਏ। ਸੋ ਜਦੋਂ ਉਹਨਾਂ ਦੇ ਘੋੜੇ ਨੇ ਉਸ ਸਥਾਨ 'ਤੇ ਆ ਕੇ ਪਰਿਕਰਮਾ ਕੀਤੀ ਤਾਂ ਬਾਬਾ ਜੀ ਘੋੜੇ ਤੋਂ ਉਤਰੇ ਤੇ ਬਾਬਾ ਜੀ ਨੇ ਇੱਕ ਸ਼ਬਦ ਬੋਲਿਆ, ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਨੇ। ਉਹਨਾਂ ਆਖਿਆ ਪਹਿਲਾਂ ਆਪ ਆਏ, ਫਿਰ ਸਾਹਿਬ ਆਏ, ਉਹਨਾਂ ਅਸਾਂ ਵੀ ਸੀਸ ਨਿਵਾਏ ਦਿੱਤਾ। ਸੋ ਇਸ ਕਰਕੇ ਪਹਿਲਾਂ ਇੱਥੇ ਇਸ ਸਥਾਨ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਸਮੇਂ ਚਰਨ ਪਾਏ। ਉਸ ਤੋਂ ਬਾਅਦ ਫਿਰ ਸੰਤ ਬਾਬਾ ਤਾਰਾ ਸਿੰਘ ਜੀ ਇੱਥੇ ਆਏ। ਹਾਂਜੀ, ਉਸ ਤੋਂ ਬਾਅਦ ਇਸ ਧਰਤੀ ਨੂੰ ਹੁਣ ਜਿਹੜੀ ਸੰਗਤ ਨੇ ਆ ਕੇ ਨਮਸਕਾਰ ਕੀਤੀ ਆ। ਸੋ ਇਹ ਉਹੀ ਬਚਨ ਬਿਲਕੁਲ ਸਿੱਧ ਹੋ ਰਹੇ ਆ ਮਹਾਂਪੁਰਸ਼ਾਂ ਦੇ ਵੀ ਪਹਿਲਾਂ ਆਪ ਆਏ, ਪਹਿਲਾਂ ਗੁਰੂ ਨਾਨਕ ਸਾਹਿਬ ਆਏ, ਫਿਰ ਸਾਹਿਬ ਆਏ, ਫਿਰ ਉਹਨਾਂ ਦੇ ਜਿਹੜੇ ਸਿੱਖ ਸੰਗਤਾਂ ਉਹ ਆਈਆਂ, ਉਹਨਾਂ ਅਸਾਂ ਵੀ ਸੀਸ ਨਿਵਾਏ ਦਿੱਤਾ ਤਾਂ ਕਿ ਅੱਜ ਇਹ ਧਰਤੀ ਨੂੰ ਅਸੀਂ ਵੀ ਸੀਸ ਨਿਵਾਇਆ। ਸੋ ਵੱਡਿਆਂ ਭਾਗਾਂ ਵਾਲੀ ਇਹ ਧਰਤੀ ਹੈ। ਮਹਾਨ ਸੇਵਾ ਦਾ ਕੁੰਭ ਸ਼੍ਰੀਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ, ਸੰਤ ਬਾਬਾ ਸ਼ਵੇਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਹ ਨਾਨਕਸਰ ਸੰਪਰਦਾ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਨੇ ਆਰੰਭ ਕੀਤਾ ਹੈ। ਔਰ ਆਪ ਜੀ ਦੇਖਣਾ ਇੱਥੇ ਆਉਣ ਵਾਲੇ ਸਮੇਂ 'ਚ ਬੜੇ ਵੱਡੇ ਭਾਗ ਇੱਥੇ ਲੱਗਣੇ ਆ ਔਰ ਬੜੀਆਂ ਖੁਸ਼ੀਆਂ ਖੇੜਿਆਂ ਦਾ ਸਮਾਂ ਇੱਥੇ ਬਣਨਾ ਹੈ। ਇੰਨੀ ਭਾਰੀ ਗਿਣਤੀ ਦੇ ਵਿੱਚ ਪਹਿਲੀ ਵਾਰ ਮਹਾਂਪੁਰਸ਼ਾਂ ਦੇ ਇੱਥੇ ਇਹ ਆਮਦ ਹੋਈ ਹੈ। ਗੁਰੂ ਕਸ਼ੇਤਰ ਦੂਰ ਦਰਾਡੇ ਤੋਂ, ਹਰਿਦੁਆਰ ਤੋਂ, ਸੋ ਇੱਧਰ ਜੀਰਾ ਫਿਰੋਜ਼ਪੁਰ ਵਾਲੀ ਸਾਈਡ ਤੋਂ, ਮਾਝੇ ਮਾਲਵੇ ਦੁਆਬੇ ਦੇ ਸਾਰੇ ਮਹਾਂਪੁਰਸ਼ ਇੱਥੇ ਅੱਜ ਇਕੱਠੇ ਹੋਏ ਆ। ਔਰ ਸਾਧ ਸੰਗਤ ਜੀ ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹਾਂਦਾ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਥੇ ਪਾਵਨ ਪ੍ਰਕਾਸ਼ ਹੈ, ਧਰਤੀ ਭਾਗਾਂ ਵਾਲੀ ਹੈ। ਔਰ ਸਮੂਹ ਸੰਗਤਾਂ ਨੂੰ ਇਹ ਸ਼ੁਭ ਅਵਸਰ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਧਰਮਕੋਟ ਦੇ ਸਥਾਨ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਦੂਸਰੀ ਦਾਸੀ 'ਚ ਚਾਲੇ ਮਾਰ ਕੇ 2 ਦਿਨ ਇੱਥੇ ਧਰਮਕੋਟ ਦੇ ਵਿੱਚ ਨਵਾਜੇ। ਇਸ ਧਰਤੀ ਨੂੰ ਚਰਨ ਛੋਹ ਦੇ ਕੇ ਨਵਾਜਿਆ। ਉਸ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਸੰਤ ਬਾਬਾ ਅਮਰਜੀਤ ਸਿੰਘ ਜੀ ਕਾਫੀ ਸਾਲਾਂ ਤੋਂ ਇਸ ਚਾਹਨਾ ਜੇ ਹਨ ਵੀ ਇਸ ਗੁਰੂ ਨਾਨਕ ਪਾਤਸ਼ਾਹ ਦਾ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਸੁੰਦਰ ਇਮਾਰਤ ਬਣ ਜੇ। ਉਹ ਇਹਨਾਂ ਦਾ ਸੁਪਨਾ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਪੂਰਾ ਕੀਤਾ ਹੈ। ਸਰਬੱਤ ਸਾਧ ਸੰਗਤਾਂ ਦੇ ਸੰਯੋਗ ਨਾਲ
ਸੰਤ ਬਾਬਾ ਸ਼ਬੇਗ ਸਿੰਘ ਜੀ ਦੀ ਕਿਰਪਾ ਅਨੁਸਾਰ ਇੱਥੇ ਨਵੀਂ ਇਮਾਰਤ ਵਾਸਤੇ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨੀਂਹ ਪੱਥਰ ਦੀ ਖੁਸ਼ੀ ਵਿੱਚ ਅਸੀਂ ਸਭ ਧਰਮਕੋਟ ਸਾਧ ਸੰਗਤ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਆਇਆਂ ਦਾ ਧੰਨਵਾਦ ਕਰਦੇ ਹਾਂ। ਸਾਰੇ ਮਹਾਂਪੁਰਸ਼ਾਂ ਦਾ ਆਇਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸਾਡੇ ਮੀਡੀਆ ਵਾਲੇ ਵੀਰਾਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਤੁਸੀਂ ਅੱਜ ਇੱਥੇ ਟੱਕ ਲਗਾਏ ਰਹੇ, ਭੋਗ ਪਾਏ ਗਏ, ਤੁਸੀਂ ਕੀ ਜਾਣਕਾਰੀ ਦਿਓਗੇ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਹੁਤ ਹੀ ਭਾਗਾਂ ਵਾਲੀ ਧਰਤੀ। ਇੱਥੇ ਸਾਡੇ ਮਹਾਂਪੁਰਸ਼ ਬਾਬਾ ਅਮਰਜੀਤ ਸਿੰਘ ਜੀ ਕਾਫੀ ਲੰਮੇ ਸਮੇਂ ਤੋਂ ਸੇਵਾ ਇਸ ਦਰਬਾਰ ਦੀ ਕਰ ਰਹੇ ਹਨ। ਅੱਜ ਹੋਰ ਵੀ ਸ਼ੋਭਾ ਬਣ ਗਈ ਜਦੋਂ ਮਹਾਂਪੁਰਸ਼ ਹੋਰ ਵੀ ਸੰਤ ਬਾਬਾ ਸ਼ਬੇਗ ਸਿੰਘ ਜੀ ਮਹਾਂਪੁਰਸ਼ ਸੁਲਤਾਨਪੁਰ ਤੋਂ ਨਾਨਕਸਰ ਦੇ ਸੰਪਰਦਾ ਵਾਲੇ ਆਏ ਹਨ। ਇਹਨਾਂ ਸਾਰਿਆਂ ਦੇ ਆਉਣ ਨਾਲ ਹੋਰ ਵੀ ਖੁਸ਼ੀ ਵੱਧ ਗਈ ਹੈ, ਜੋ ਇਸ ਸਥਾਨ ਦੀ ਹੋਰ ਮਹਿਮਾ ਵਧੇਗੀ। ਜਿਨ੍ਹਾਂ ਨੇ ਅੱਜ ਇਸ ਸਥਾਨ ਤੇ ਜੋ ਵੀ ਅੱਜ ਸੰਗਤ ਆਈ ਹੈ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਸ ਟਾਈਮ ਆਪਾਂ ਪਵਿੱਤਰ ਨਗਰੀ ਧੰਨ ਗੁਰੂ ਨਾਨਕ ਦੇਵ ਧਰਮਕੋਟ ਵਿਖੇ ਗੁਰਦੁਆਰੇ ਵਿਖੇ ਖੜੇ ਹਾਂ, ਗੁਰਦੁਆਰਾ ਸਾਹਿਬ ਵਿਖੇ, ਜੋ ਅੱਜ ਇੱਥੇ ਟੱਕ ਲਗਾਏ ਜਾ ਰਹੇ ਆ, ਜੋ ਇੱਥੇ ਅੱਜ ਪ੍ਰਕਾਸ਼ ਉਤਸਵ ਦੇ ਭੋਗ ਪਾਏ ਗਏ ਨੇ। ਤੁਸੀਂ ਬਾਬਾ ਜੀ ਕੀ ਜਾਣਕਾਰੀ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਰ ਧੰਨਵਾਦ ਜੀ ਕਰ ਰਹੇ ਹਾਂ। ਪਹਿਲਾ ਧੰਨਵਾਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ, ਜਿਹੜੇ ਦੂਜੀ ਉਦਾਸੀ ਵਿੱਚ ਸਤਿਗੁਰੂ ਵਿਆਹ ਪਾਰ ਕੇ ਸਤਿਗੁਰੂ ਵਿਆਹ ਪਾਰ ਕੇ ਵੀ ਧਰਮ ਬਚਾਏ। ਉਹਦੇ ਮੁਬਾਰਕਾਂ ਨੂੰ ਪਏ ਤੇ ਧਰਤੀ ਨੂੰ ਪਵਿੱਤਰ ਕੀਤਾ। ਦੂਸਰਾ ਧੰਨਵਾਦ ਬਾਬਾ ਈਸ਼ਰ ਸਿੰਘ ਨਾਨਕ ਕਬੀਰਾ ਵਾਲਿਆਂ ਦਾ, ਜਿਨ੍ਹਾਂ ਨੇ ਇਹ ਬਚਨ ਕੀਤੇ ਸਨ 61 ਵਿੱਚ, ਜੋ ਬੇਨਤੀ ਕੀਤੀ ਸੰਗਤ ਨੇ ਵੀ ਇੱਥੇ ਚਰਨ ਪਾਓ ਜੀ, ਕਿਰਪਾ ਕਰੋ। ਉਹਨਾਂ ਇਹੋ ਆਖਿਆ ਕੋਈ ਨਹੀਂ ਭਾਈ, ਤੁਹਾਡੇ ਗੁਰੂ ਰਹਿਣਾ ਸਨ, ਮਿੱਟੀ ਨੂੰ ਰਹਿਣ ਵਾਲਾ ਸਨ। ਉਹ ਸਨ ਬੀਬੀ ਬਿੰਦਰ ਤੇ ਉਹਦੇ ਘਰ ਵਾਲੇ ਭਾਈ ਜੀ ਸਿੰਘ ਨੇ। ਖੁੱਲ੍ਹਾ ਸਮਝਦੇ ਕਿ ਫੇਰ ਆਵਾਂਗੇ, 3 ਵਾਰ ਉਹਨੇ ਆਖਿਆ। ਬਾਬਾ ਈਸ਼ਰ ਸਿੰਘ ਜੀ ਦਾ ਧੰਨਵਾਦ ਤੇ ਉਹਨਾਂ ਦੇ ਬਚਨ ਵੀ ਪੂਰੇ ਹੋਏ। ਸੰਤ ਬਾਬਾ ਤਾਰਾ ਸਿੰਘ ਨੇ ਗੁਰਦੁਆਰਾ ਸ਼ੁਰੂ ਕੀਤਾ ਸੰਨ 67। ਅਸੀਂ ਸੰਨ 67 ਚੱਲ ਕੇ ਜ਼ਮੀਨ ਇੱਥੇ ਲਈ, ਸੇਵਾ 'ਚ ਲੱਗ ਗਏ। ਬਸ ਸਤਿਗੁਰੂ ਨੇ ਅਸੀਂ ਬਾਂਹ ਫੜੀ, ਅੱਜ ਤੱਕ ਇਸ ਕਰਦਾ ਝਾੜੂ ਫੜਾਈ ਰੱਖੀ। ਉਹਦਾ ਧੰਨਵਾਦ। ਤੀਜਾ ਧੰਨਵਾਦ ਜੀ ਭਾਈ ਸੰਤਾ ਸਿੰਘ ਜੀ, ਪ੍ਰਿੰਸੀਪਲ ਸ਼ੇਰਪੁਰ ਤੇਮਾ ਵਾਲੇ। ਉਹਨਾਂ ਬੜੀ ਮਿਹਨਤ ਕਰਕੇ ਤੇ ਆਹੀ 8 ਸਾਲ ਆਦੇ ਨੇ, ਅੱਜ ਵੀ ਚੱਲੀ ਹੋਈ ਆ, ਅਸਲ ਠੀਕ ਨਹੀਂ ਸੀ। ਦੂਸਰਾ ਧੰਨਵਾਦ ਮਿੱਟੀ ਸਿੰਘ ਪਖੀਰੂ ਰਹਿੰਦਾ। ਇਹਨਾਂ ਹਰ ਸਾਲ ਹਰ ਵਾਰੀ ਲਿਖ ਕੇ ਇਤਿਹਾਸ 'ਤੇ ਸਾਡੇ ਨਾਲ ਸਹਿਯੋਗ ਦਿੰਦੇ ਰਹੇ। ਉਹ ਕਮਾਂ ਬੋਲਦੇ ਰਹੇ, ਢਾਡੀ ਵੀ ਨਹੀਂ ਤੇ ਲਿਖਾਈ। ਇਹਦੇ ਧੰਨਵਾਦ। ਹੁਣ ਸਭ ਤੋਂ ਜ਼ਿਆਦਾ ਧੰਨਵਾਦ ਬਾਬਾ ਸ਼ਬੀਰ ਸਿੰਘ ਹੋਏ, ਜਥੇਦਾਰ ਬਾਬਾ ਸ਼ਬੀਰ ਸਿੰਘ ਹੋਏ, ਜਿਹਨੇ ਸਾਰੀ ਸੰਗਤ ਦੀ ਬੇਨਤੀ ਮੰਨ ਕੇ ਬੜੀਆਂ ਸਵਾਮੀਆਂ ਦੀ ਚੱਲਦੀਆਂ ਜ਼ਰੂਰ ਪਰ ਝੂਲੇ ਸਮਾਨ ਪਾ ਕੇ ਤਿਆਰ ਹੋ ਕੇ ਆ ਗਏ। ਕਹਿੰਦੇ ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਟਿਕਟ ਦੇ ਰਹੇ, ਉਹ ਸਾਨੂੰ ਪ੍ਰੇਰਨਾ ਕਰ ਰਹੇ ਆ। ਇਹ ਸੇਵਾ ਧੰਨਵਾਦ ਹੈ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਤੇ ਜਥੇਦਾਰ ਬਾਬਾ ਸ਼ਬੀਰ ਸਿੰਘ ਦਾ, ਇਹਨਾਂ ਦੇ ਨਾਲ ਵੀ ਸਾਰੀ ਜਥੇਬੰਦੀ ਦਾ। ਇਹ ਇਲਾਕੇ ਦੀ ਸੰਗਤ ਹੈ ਜੀ, ਜਿਹੜਾ ਉਪਰਾਲਾ ਹੋਇਆ, ਬੜੀ ਖੁਸ਼ੀ ਦੀ ਗੱਲ ਹੈ। ਤੇ ਸੰਨ 67 ਤੋਂ ਹੀ ਆਪਾਂ ਸੋਚ ਰਹੇ ਸੀ ਇਹ ਦਿਨ ਕਦੋਂ ਆਉਣਗੇ ਜਦੋਂ ਜੁੱਤੀ ਰਾਜਸਥਾਨ ਮਿਲਿਆ। ਅਸੀਂ ਕਰਦੇ ਰਹੇ, ਬਣਾਉਂਦੇ ਰਹੇ, ਪੈਸੇ ਕਿੰਨਾ ਕੁ ਬਣਨਾ ਸੀ। ਨੀਆਂ ਗੁੰਡੀਆਂ ਤਗੜੀਆਂ ਨਹੀਂ, ਦਰਬਾਰ ਗੁੰਡਾ ਤਗੜਾ ਨਹੀਂ, ਗੁੰਡੀ ਲੱਗੀ ਸੀ। ਮੈਂ ਕਿਹਾ ਬਣਾਉਣ ਵਾਲੇ ਹੋਰ ਹੀ ਆਉਣਗੇ ਸਰ। ਅੱਜ ਅਸੀਂ ਧਰਮਕੋਟ ਵਿਖੇ ਖੜੇ ਹਾਂ, ਜੋ ਕਿ ਇੱਥੇ ਬਾਬਾ ਜਾਹਰਾ ਪੀਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮਹਾਨ ਪ੍ਰਕਾਸ਼ ਉਤਸਵ ਤੇ ਸਾਡੇ ਨਾਲ ਖੜੇ ਨੇ ਬਾਬਾ ਸ਼ਬੇਗ ਸਿੰਘ ਜੀ, ਜੋ ਇੱਥੇ ਅੱਜ ਕਾਰ ਸੇਵਾ ਲਈ ਹਾਲ ਲਈ ਇੱਥੇ ਟੱਕ ਲਗਾਇਆ ਰਿਹਾ ਹੈ। ਔਰ ਬੇਰ ਸਾਹਿਬ ਤੋਂ ਵੀ ਪਹੁੰਚੇ ਹੈੱਡ ਗ੍ਰੰਥੀ, ਔਰ ਨਾਨਕਸਰ ਤੋਂ ਵੀ ਪਹੁੰਚੇ ਬਾਬਾ ਜੀ, ਔਰ ਜੀਰਾ ਤੋਂ ਵੀ ਬਾਬਾ ਜੀ ਪਹੁੰਚੇ। ਔਰ ਅੱਜ ਬਾਬਾ ਜੀ ਨੂੰ ਤੁਹਾਨੂੰ ਕੁਝ ਜਾਣਕਾਰੀ ਦੇਣਾ। ਬਾਬਾ ਜੀ ਜਿਹੜਾ ਤੁਸੀਂ ਟੱਕ ਲਾਇਆ, ਕੀ ਜਾਣਕਾਰੀ ਸਾਨੂੰ ਦਿਓਗੇ ਜੀ? ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ 551 ਸਾਲ ਮਹਾਰਾਜ ਜੀ ਮੇਰੇ ਮੁਬਾਰਕ ਚਰਨ ਪਾਏ, ਜਿਨ੍ਹਾਂ ਦੀ ਤਵਾਰੀ ਚਮਤਕਾਰ ਗੁਰੂ ਨਾਨਕ ਦੇਵ ਜੀ ਵਿੱਚ ਵੀ ਆਉਂਦਾ ਆ ਪੰਨਾ, ਤੇ ਖਾਲਸਾ ਕਾਂਡ ਵਿੱਚ ਵੀ ਗੁਰੂ
ਨਾਨਕ ਦੇ ਇਤਿਹਾਸਾਂ ਦਾ ਧਰਮ ਕੋਟ ਪਹੁੰਚਣ ਤੇ ਸਾਧ ਸੰਗਤ ਜੀ ਖਾਲਸਾ ਡੇਅਰੀ ਦੇ ਵਿੱਚ ਲਿਖਿਆ ਤੇ ਸਾਧ ਸੰਗਤ ਜੀ ਮੈਂ ਤਾਂ ਇਹ ਬੇਨਤੀ ਕਰਦਾ ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਹੀ ਵਰਤ ਕੇ ਇਹ ਸੇਵਾ ਲੈ ਰਹੇ ਨੇ। ਇਹ ਇਲਾਕੇ ਦੇ ਬਹੁਤ ਵੱਡੇ ਭਾਗ ਨੇ ਤੇ ਮਹਾਨ ਸੇਵਾ ਦਾ ਕੁੰਭ ਖੁੱਲ੍ਹਿਆ। ਇਹ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕੀਤੀ ਇਲਾਕੇ ਦੇ ਉੱਤੇ। ਜਿਹੜਾ ਗੁਰੂ ਨਾਨਕ ਸਾਹਿਬ ਦੇ ਆਣ ਕੇ ਚੌਕੜੀ ਸੇਵਾ ਕਰੂ, ਹੱਥੀਂ ਸੇਵਾ ਕਰੂ, ਮਾਰੀ ਦੀ ਗੱਲ ਵੀ ਕਰੂਗਾ ਗੁਰੂ ਘਰ ਦੀ, ਸਾਧ ਸੰਗਤ ਨੂੰ ਫਲ ਮਿਲੂਗਾ। ਤੇ ਸਾਧ ਸੰਗਤ ਜੀ ਜੋ ਵੀ ਜਿੰਨੇ ਉਪਰਾਲਾ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੁਆਰਾ ਤੇ ਸਾਧ ਸੰਗਤ ਜੀ ਬਾਬਾ ਅਮਰਜੀਤ ਸਿੰਘ ਜੀ ਕਾਫੀ ਸਾਡਾ ਨਾਲ ਪਿਆਰ ਆ ਤੇ ਸਾਧ ਸੰਗਤ ਜੀ ਕੋਈ ਬਿੱਧ ਸਮਝ ਲਓ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਮਝੀ ਆਪਾਂ ਅੱਜ ਉਹਦੀ ਕਿਰਪਾ ਨਾਲ ਜਿਹੜੀ ਸੇਵਾ ਇਹ ਸ਼ੁਰੂ ਹੋਈ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇਸ ਟਾਈਮ ਖੜੇ ਨੇ ਹੈੱਡ ਗ੍ਰੰਥੀ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਕੁਝ ਜਾਣਕਾਰੀ ਲੈਣਾ ਚਾਹਾਂਗੇ। ਬਾਬਾ ਜੀ ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ ਅੱਜ ਤੁਸੀਂ ਇੱਥੇ ਪਹੁੰਚੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਥੋੜ੍ਹੇ ਸਮੇਂ ਤੋਂ ਜੋ ਇਹਨਾਂ ਨੇ ਪਿਆਰ ਬਖਸ਼ਿਸ਼ ਕੀਤਾ ਹੈ, ਥੋੜ੍ਹੇ ਸਮਾਂ ਹੋਇਆ, ਥੋੜ੍ਹੇ ਦਿਨ ਹੋਏ ਇੱਥੇ ਦਰਸ਼ਨ ਕਰਨ ਆਏ ਸੀ ਤੇ ਉਦੋਂ ਮਹਾਂਪੁਰਸ਼ਾਂ ਨੇ ਜੋ ਪਿਆਰ ਦੀਆਂ ਇਹਦੀਆਂ ਪੀੜ੍ਹੀਆਂ ਗੰਢਾਂ ਪਾ ਲਈਆਂ। ਸੋ ਇਸ ਸਮੇਂ ਇਹਨਾਂ ਨੇ ਜੋ ਦਾਸ ਨੂੰ ਸੱਦਾ ਪੱਤਰ ਭੇਜਿਆ, ਉਹ ਸੱਦੇ ਪੱਤਰ ਨੂੰ ਪ੍ਰਵਾਨ ਕਰਦਿਆਂ ਹੋਇਆਂ ਅੱਜ ਜੋ ਇਹ ਪਾਵਨ ਦਰਬਾਰ ਦੀ ਉਸਾਰੀ ਦਾ ਟੱਪ ਸਮੂਹ ਨਾਨਕਸਰ ਸੰਪਰਦਾ ਸਮੂਹ ਧਰਮਕੋਟ ਦੀ ਸਾਧ ਸੰਗਤ ਜੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੀਮਾਨ ਸੰਤ ਬਾਬਾ ਸ਼ਬੀਕ ਸਿੰਘ ਜੀ ਕਾਰ ਸੇਵਾ ਗੋਇੰਦਵਾਲ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਇੱਥੋਂ ਦੀ ਕਾਰ ਸੇਵਾ ਧਰਮਕੋਟ ਵਿਖੇ ਜੋ ਇਹ ਪਾਵਨ ਦਰਬਾਰ ਦੀ ਉਸਾਰੀ ਹੋ ਰਹੀ ਹੈ ਉਹਦਾ ਟੱਪ ਲਾਇਆ ਗਿਆ। ਇਹ ਕਾਰ ਸੇਵਾ ਮਹਾਂਪੁਰਸ਼ਾਂ ਨੂੰ ਸੌਂਪੀ ਗਈ ਹੈ। ਸੋ ਸਾਧ ਸੰਗਤ ਜੀ ਬਹੁਤ ਸੋਹਣੇ ਮੰਦਿਰ ਗੁਰਦੁਆਰੇ ਸਾਹਿਬਾਨ ਜਿੱਥੇ ਜਿੱਥੇ ਵੀ ਮਹਾਂਪੁਰਸ਼ਾਂ ਨੇ ਸੇਵਾਵਾਂ ਨਿਭਾਈਆਂ ਹਨ ਕਾਰ ਸੇਵਾ ਦੇ ਰਾਹੀਂ ਬੜੇ ਸੋਹਣੇ ਸੋਹਣੇ ਗੁਰਦੁਆਰੇ ਸੁੰਦਰ ਮੰਦਿਰ ਇਹਨਾਂ ਨੇ ਉਸਾਰੇ ਹਨ। ਸੋ ਸਾਧ ਸੰਗਤ ਜੀ ਜਿੱਥੇ ਸ਼੍ਰੀਮਾਨ ਸੰਤ ਬਾਬਾ ਸ਼ਬੀਕ ਸਿੰਘ ਜੀ ਦਾ ਧੰਨਵਾਦ ਹੈ, ਉੱਥੇ ਸ਼੍ਰੀਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਦਾ ਵੀ ਨਾਨਕਸਰ ਵਾਲਿਆਂ ਦਾ ਧੰਨਵਾਦ ਹੈ। ਸੋ ਸਾਧ ਸੰਗਤ ਜੀ ਇਹ ਦਾਸ ਤਾਂ ਇਹੀ ਬੇਨਤੀ ਕਰਦਾ ਹੈ ਕਿ ਇਹਨਾਂ ਦੋਵਾਂ ਮਹਾਂਪੁਰਸ਼ਾਂ ਨੂੰ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਸਹਿਯੋਗ ਕਰਨ, ਤਨ ਮਨ ਧਨ ਦੇ ਨਾਲ ਇੱਥੇ ਸੇਵਾਵਾਂ ਨਿਭਾਉਣ। ਇਹ ਸੇਵਾ ਦੇ ਮਹਾਨ ਕੁੰਭ ਜੋ ਹਨ ਇਹ ਕਦੀ ਕਦੀ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਂਪੁਰਸ਼ ਪ੍ਰਾਰੰਭ ਕਰਦੇ ਹਨ। ਇਸ ਮਹਾਨ ਪਾਵਨ ਸਥਾਨ 'ਤੇ ਇਹ ਸੇਵਾ ਦਾ ਮਹਾਨ ਕੁੰਭ ਪ੍ਰਾਰੰਭ ਹੋਇਆ ਹੈ। ਸਾਰਿਆਂ ਨੂੰ ਇਸ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਸੋ ਆਪ ਸਮੂਹ ਸੰਗਤਾਂ ਦਾ ਧੰਨਵਾਦ ਹੈ ਜੀ। ਬਾਬਾ ਜੀ ਤੁਸੀਂ ਅੱਜ ਇੱਥੇ ਪਹੁੰਚੋ ਗੁਰੂ ਸਥਾਨ ਤੇ, ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ ਸਾਧ ਸੰਗਤ ਨੂੰ? ਮਾਨਯੋਗ ਸਾਧ ਸੰਗਤ ਜੀ ਬੇਨਤੀ ਇਹ ਹੈ ਇਸ ਸਥਾਨ ਦੀ ਸੇਵਾ ਸਤਿਗੁਰੂ ਨੇ ਬਖਸ਼ੀ, ਇੱਥੇ ਚੌਕੀਦਾਰ ਬਖਸ਼ਿਆ ਮਹਾਰਾਜ ਨੇ। ਉਹ ਇਸ ਤਰ੍ਹਾਂ ਸੀ ਕੋਈ ਨਾਨਕਸਰ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਕਲੀਰਾਂ ਵਾਲੇ ਕੜਿਆਲ ਪਿੰਡ ਵਿੱਚ ਆਏ ਸੀ। ਇਸ ਪਰਿਵਾਰ ਨੇ ਬੀਬੀ ਮਿੰਦਰ ਨੇ ਬਾਬਾ ਜੀਸੁਰ ਨੇ ਬੇਨਤੀ ਕੀਤੀ ਜੀ ਬੇਟ ਦਾ ਇਲਾਕਾ ਪਿੱਛੇ ਜਲ ਪਾਣੀ ਛਕਾਇਆ ਵੀ ਇੱਥੇ ਵੀ ਕਿਰਪਾ ਕਰੋ। ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਨੇ ਉਹ ਆਖਿਆ ਵੀ ਬੀਬਾ ਤੁਹਾਡੇ ਕੋਲ ਜੁਗੀ ਰਹਿਣਾ ਸਥਾਨ ਬਣੂ, ਜੁਗ ਜੀ ਰਹਿਣ ਵਾਲਾ। 3 ਵਾਰੀ ਬਾਬਾ ਜੀ ਨੇ ਵਚਨ ਕੀਤਾ, ਫਿਰ ਆਵਾਂਗੇ ਖੁੱਲ੍ਹਾ ਸਮਾਂ ਦਿਆਂਗੇ ਤੁਹਾਡੇ ਕੋਲ ਜੁਗ ਜੁਗ ਰਹਿਣਾ ਸਥਾਨ ਬਣੂਗਾ, ਫਿਰ ਆਵਾਂਗੇ ਖੁੱਲ੍ਹਾ ਸਮਾਂ ਦਿਆਂਗੇ। 3 ਵਾਰੀ ਬਾਬਾ ਨੇ ਵਚਨ ਕੀਤੇ। ਉਹ ਬੀਬੀ ਮਿੰਦਰ ਨੇ 50 ਸਾਲ ਸੰਗਤ ਪ੍ਰਚਾਰ ਕੀਤੇ, ਇਹੋ ਕਹਿੰਦੇ ਰਹੇ। ਪਰ ਅੱਜ ਬੜੀ ਖੁਸ਼ੀ ਹੋਈ ਸਤਿਗੁਰੂ ਨਾਨਕ ਸਾਹਿਬ ਜੀ ਦੇ ਇੱਥੇ 2 ਰਾਤ ਰਹੇ ਚਰਨ ਪਏ ਸੀ, ਅੱਜ ਉਹ ਦਿਹਾੜਾ ਫਿਰ ਆ ਗਿਆ। ਇਹ ਸਥਾਨ ਬਹੁਤ ਲੇਟ ਹੁੰਦਾ ਰਿਹਾ, ਪਰ ਅੱਜ ਭਾਗ ਜਾਗੇ ਧਰਤੀ ਦੇ, ਭਾਗ ਜਾਗੇ ਇਲਾਕੇ ਦੇ। ਬਾਬਾ ਸ਼ਬੀਕ ਸਿੰਘ ਜਥੇਦਾਰ ਬਾਬਾ ਸ਼ਬੀਕ ਸਿੰਘ ਉਹਨਾਂ ਨੇ ਬੇਨਤੀ ਕੀਤੀ, ਉਹਨਾਂ ਪ੍ਰਵਾਨ ਕੀਤੀ ਤੇ ਉਹਨਾਂ ਦੀ ਸੇਵਾ ਸ਼ੁਰੂ ਕੀਤੀ। ਪੂਰਾ ਸਥਾਨ ਦਾ ਬਾਬਾ ਜੀ ਕੀ ਨਾਮ ਰੱਖਿਆ ਗਿਆ ਇਸ ਟਾਈਮ ਇੱਥੇ? ਇਹ ਜੀ ਗੁਰੂ ਨਾਨਕ ਦੇਵ ਜੀ ਪਹਿਲੋਂ ਤਾਂ ਨਾਂ ਇਹਦਾ ਇਹੀ ਹੈ ਜੀ ਗੁਰਦੁਆਰਾ ਨਾਨਕਸਰ ਬਾਈਪਾਸ ਰੋਡ ਧਰਮਕੋਟ ਬੌਲੀ ਸਾਹਿਬ ਜੀ। ਤੇ ਹੁਣ ਆਪਾਂ ਕਿਹੜਾ ਲਿਖਿਆ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਇਤਿਹਾਸ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਤੇ ਪੇੜ ਲਾਵਾਂਗੇ। ਹੋਰ ਸੰਗਤਾਂ ਨੂੰ ਕੀ ਤੁਸੀਂ ਉਪਦੇਸ਼ ਦੇਣਾ ਚਾਹੋਗੇ? ਅਸੀਂ ਕਹਿੰਦੇ ਵੀ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਚੱਲ ਪਏ ਆ, ਵੱਧ ਤੋਂ ਸੇਵਾ ਕਰੋ। ਬਾਬਾ ਸ਼ਬੀਕ ਸਿੰਘ ਜਥੇਦਾਰ ਹੁਣ ਦਾ ਸਹਿਯੋਗ ਦਿਓ ਤੇ ਖੁਸ਼ੀਆਂ ਮਾਣੋ ਤੇ ਲਾਹਾ ਖੱਟੋ। ਇਹ ਇਲਾਕੇ ਦਾ 100 ਪਿੰਡ ਦਾ
ਇਹ ਸਥਾਨ ਆ ਵੀ ਇੱਥੇ ਵੱਧ ਤੋਂ ਸੇਵਾ ਕਰੋ। ਆਪਾਂ ਨੂੰ ਇਹ ਸਥਾਨ ਮਿਲ ਗਿਆ, ਬਹੁਤ ਦੂਰ ਦੂਰ ਤੱਕ ਤੇ ਵੀ ਇਤਿਹਾਸਿਕ ਸਥਾਨ ਇੱਥੇ ਹੈ ਨਹੀਂ। ਸੁਲਤਾਨਪੁਰ ਤੋਂ ਬਾਅਦ ਸਤਿਗੁਰੂ ਸੁਲਤਾਨਪੁਰ ਤੋਂ ਚੱਲ ਕੇ ਧਰਮਕੋਟ ਆਏ ਨਹੀਂ, ਬਹੁਤ ਲੇਟ ਹੋ ਗਿਆ, ਪਰ ਸਤਿਗੁਰੂ ਹੁਣ ਵੀ ਕਿਰਪਾ ਕਰਨ, ਆਪਣੀ ਹਿੰਮਤਾਂ ਬਖਸ਼ਣ। ਆਪਾਂ ਬਾਬਾ ਸ਼ਵੇਕ ਸਿੰਘ ਨੂੰ ਸਹਿਯੋਗ ਦਈਏ। ਜਿਹੜਾ ਇਹਨੇ ਗੁਰਦੁਆਰਾ ਬਣਾਇਆ ਨਾ, ਗੁਰੂ ਦਾ ਬਾਗ ਦੇਖ ਕੇ ਭੁੱਖ ਲੈਂਦੀ ਹੈ। ਅਸੀਂ ਡੇਰਾ ਬਾਬਾ ਨਾਨਕ ਗਏ 3 ਵਾਰੀ, ਇਹਦੇ ਗੇਟ ਬਣੇ ਵੇਖ ਕੇ, ਇਹਦੇ ਲੰਗਰ ਬਣੇ ਵੇਖ ਕੇ ਭੁੱਖ ਲੈ ਜਾਂਦੀ। ਬੜੀ ਇਹਨੇ ਸੇਵਾ ਕਰਾਈ ਆ, ਔਰ ਬੜੀ ਨਿਮਰਤਾ ਦੇ ਪੁੰਜ ਨਹੀਂ, ਕੋਈ ਆਕੜ ਹੰਕਾਰ ਹੈ ਹੀ ਨਹੀਂ। ਨਿਮਰਤਾ ਹੀ ਨਿਮਰਤਾ, ਨਿਮਰਤਾ ਹੀ ਨਿਮਰਤਾ। ਸਾਨੂੰ ਇਹ ਬੜੇ ਚੰਗੇ ਨੇ, ਸਾਨੂੰ ਇਹ ਬੜੇ ਚੰਗੇ।